ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜੀਵਨ 'ਚ ਕੁਝ ਅੰਸ਼ ਆਪ ਨਾਲ ਸਾਂਝੇ ਕਰਨੇ ਨੇ। ਇਹਨਾਂ ਦਾ ਜਨਮ 1506 ਨੂੰ ਪਿੰਡ ਕੱਥੂ ਨੰਗਲ, ਪਿਤਾ ਸੁੱਧਾ ਰੰਗਧਾਵਾ ਤੇ ਮਾਤਾ ਗੁਰਾਂ ਜੀ ਦੇ ਗ੍ਰਹਿ ਵਿਖੇ ਹੋਇਆ। ਇਤਿਹਾਸਕਾਰ ਕਹਿੰਦੇ ਨੇ 1518 ਦਾ ਸਮਾਂ ਆਇਆ। ਇਹਨਾਂ ਦੀ ਉਮਰ ਕੋਈ 12 ਕੁ ਸਾਲ ਦੀ ਹੋਈ ਹੈ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨੇ ਜੀ ਨਾਲ ਉਸ ਜਗ੍ਹਾ ਤੇ ਪਹੁੰਚੇ ਨੇ ਜਿੱਥੇ ਛੋਟਾ ਜਿਹਾ ਬੱਚਾ ਮੱਝੀਆਂ ਪਿਆ ਚਾਰਦਾ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਮਰਦਾਨਿਆਂ ਫਿਰ ਰਵਾਬ ਛੇੜ ਬਾਣੀ ਆਈ ਏ। ਕਹਿੰਦੇ ਉਸ ਵੇਲੇ ਮਰਦਾਨੇ ਜੀ ਨੇ ਰਵਾਬ ਛੇੜੀ ਹੈ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕੀਰਤਨ ਕੀਤਾ, ਸ਼ਬਦ ਪੜ੍ਹਿਆ ਤੇ ਕਹਿੰਦੇ ਇੰਨਾ ਕੁ ਆਨੰਦ ਬਚਿਆ। ਕੋਲ ਖੜੇ ਜ਼ਿਮੀਂਦਾਰ, ਇਹ ਛੋਟਾ ਜਿਹਾ ਬੱਚਾ ਤੇ ਕਹਿੰਦੇ ਪਸ਼ੂ ਪੰਛੀ ਵੀ ਕੀਲੇ ਗਏ। ਤੇ ਜਦੋਂ ਕੀਰਤਨ ਦੀ ਸਮਾਪਤੀ ਹੋਈ ਤੇ ਛੋਟਾ ਜਿਹਾ ਬੱਚਾ ਜਿਹਦਾ ਨਾਂ ਘਰਦੇ ਨੇ ਬੂੜਾ ਰੱਖਿਆ ਸੀ, ਕਹਿਣ ਲੱਗਾ, ਮਹਾਰਾਜ ਵੀ ਮੇਰਾ ਮਨ ਕਰਦਾ ਤੁਹਾਡੀ ਕੋਈ ਸੇਵਾ ਕਰਾਂ, ਤੁਹਾਨੂੰ ਦੁੱਧ ਛਕਾਵਾਂ। ਤੇ ਕਈ ਤੇ ਕਹਿੰਦੇ ਨੇ ਵੀ ਉੱਥੋਂ ਖੂਹ ਤੋਂ ਟਿੰਨ ਖੋਲੀ ਤੇ ਉੱਥੋਂ ਹੀ ਧਾਰ ਕੱਢੀ ਤੇ ਸਤਿਗੁਰੂ ਜੀ ਨੂੰ ਦੁੱਧ ਛਕਾ ਦਿੱਤਾ। ਪਰ ਭਾਈ ਪਰਮਜੀਤ ਸਿੰਘ ਖਾਲਸਾ ਲਿਖਦੇ ਵੀ ਨਹੀਂ, ਇਹ ਛੋਟਾ ਜਿਹਾ ਬੱਚਾ ਘਰ ਗਿਆ ਤੇ ਜਾ ਕੇ ਆਪਣੀ ਮਾਤਾ ਨੂੰ ਕਹਿਣ ਲੱਗਾ ਵੀ ਸਾਡੇ ਖੇਤਾਂ ਵਿੱਚ ਨਾ ਧੰਨ ਗੁਰੂ ਨਾਨਕ ਸਾਹਿਬ ਜੀ ਆਏ ਨੇ ਤੇ ਮੇਰਾ ਮਨ ਕਰਦਾ ਵੀ ਉਹਨਾਂ ਦੀ ਕੋਈ ਸੇਵਾ ਕਰੀਏ। ਤੇ ਕਹਿੰਦੇ ਘਰੋਂ ਦੁੱਧ ਲੈ ਕੇ ਆਏ ਆ, ਨਾਲ ਮਾਤਾ ਜੀ ਵੀ ਹੋਰ ਸੰਗਤਾਂ ਵੀ ਪਹੁੰਚ ਗਈਆਂ। ਤੇ ਕਹਿੰਦੇ ਛੋਟੇ ਜਿਹੇ ਬੱਚੇ ਨੇ ਉਹ ਦੁੱਧ ਵਾਲਾ ਛੰਨਾ, ਦੁੱਧ ਵਾਲਾ ਕਟੋਰਾ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ ਰੱਖਿਆ। ਤੇ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬੜੇ ਪਿਆਰ ਦੇ ਨਾਲ ਉਹ ਦੁੱਧ ਵਾਲਾ ਛੰਨਾ ਚੁੱਕਿਆ ਤੇ ਕਹਿੰਦੇ ਜਦੋਂ ਪਵਿੱਤਰ ਬੁੱਲਾਂ ਦੇ ਕੋਲ, ਮੁਖਾਰ ਬਿੰਦੇ ਦੇ ਕੋਲ ਕੀਤਾ ਤੇ ਛੋਟਾ ਜਿਹਾ ਬੱਚਾ ਕਹਿਣ ਲੱਗਾ, ਮਹਾਰਾਜ ਵੀ ਦੁੱਧ ਛਕ ਲਓ ਫਿਰ ਮੇਰੇ ਨਾਲ ਕੋਈ ਰੱਬ ਬਾਰੇ ਗੱਲ ਕਰਿਆ ਜੇ, ਦੁੱਧ ਛਕ ਲਓ ਫਿਰ ਮੇਰੇ ਨਾਲ ਕੋਈ ਮੌਤ ਬਾਰੇ ਗੱਲ ਕਰਿਆ ਜੇ। ਤੇ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉਹ ਦੁੱਧ ਵਾਲਾ ਛੰਨਾ ਉੱਥੇ ਰੱਖ ਦਿੱਤਾ ਤੇ ਕਹਿਣ ਲੱਗੇ, ਬੇਟਾ ਵੀ ਤੇਰੀ ਉਮਰ ਕਿੰਨੀ ਕੁ ਹੈ? ਵੇਖੋ ਬੋਲਣ ਦਾ ਸਲੀਕਾ। ਕਹਿਣ ਲੱਗਾ, ਮਹਾਰਾਜ ਇਹ ਸਰੀਰ ਕੋਈ 12 ਕੁ ਸਾਲ ਦਾ ਹੋ ਗਿਆ। ਇਹ ਨਹੀਂ ਕਿਹਾ ਮੈਂ 12 ਸਾਲ ਦਾ ਹੋ ਗਿਆ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਭਈ 12 ਸਾਲ ਦੀ ਉਮਰ ਤੇ ਬੱਚਿਆਂ ਦੀ ਖਿਡੌਣਿਆਂ ਨਾਲ ਖੇਡਣ ਦੀ ਹੁੰਦੀ। ਗੁਰਬਾਣੀ ਵੀ ਕਹਿੰਦੀ 12 ਬਰਸ ਬਾਲਪਣ ਬੀਤੇ। ਤੇ 12 ਸਾਲ ਵਿੱਚ ਤੈਨੂੰ ਰੱਬ ਕਿਵੇਂ ਚੇਤਾ ਆ ਗਿਆ, ਤੈਨੂੰ ਮੌਤ ਕਿਵੇਂ ਚੇਤਾ ਆ ਗਈ? ਤੇ ਕਹਿਣ ਲੱਗਾ, ਸੱਚੇ ਪਾਤਸ਼ਾਹ ਇੱਕ ਦਿਨ ਮੇਰਾ ਪਿਤਾ ਤੇ ਬਾਕੀ ਦੇ ਜ਼ਿਮੀਂਦਾਰ ਇਹਨਾਂ ਖੇਤਾਂ ਵਿੱਚ ਕੰਮਕਾਰ ਕਰ ਰਹੇ ਸਨ। ਮੈਂ ਮੱਝੀਆਂ ਚਰਾ ਰਿਹਾ ਸਾਂ ਤੇ ਹਾਕਮ ਦੇ ਸਿਪਾਹੀ ਆਏ ਤੇ ਕਹਿੰਦੇ ਉਹਨਾਂ ਨੇ ਘੋੜਿਆਂ ਦੇ ਨਾਲ ਆ ਜਿਹੜੀ ਛੋਟੀ ਛੋਟੀ ਫਸਲ ਅਜੇ ਪੁੰਗਰਦੀ ਪਈ ਸੀ, ਘੋੜਿਆਂ ਨੇ ਆਪਣੀਆਂ ਟਾਪਾਂ ਦੇ ਨਾਲ ਮਧੇੜ ਛੱਡੀ। ਜਿਹੜੀ ਡੱਡਰੀ ਸੀ, ਹਰੀ ਫਸਲ ਸੀ, ਘੋੜਿਆਂ ਨੇ ਆਪਣੇ ਜਬਾੜਿਆਂ ਨਾਲ ਚਿੱਤ ਛੱਡੀ। ਤੇ ਜਿਹੜੀ ਪੱਕੀ ਫਸਲ ਸੀ ਹਾਕਮ ਦੇ ਸਿਪਾਹੀ ਵੱਢ ਕੇ ਲੱਦ ਕੇ ਘੋੜਿਆਂ ਤੇ ਲੈ ਗਏ। ਮੇਰਾ ਪਿਤਾ ਤੇ ਸਾਰੇ ਜ਼ਿਮੀਂਦਾਰ ਵੇਖਦੇ ਰਹਿ ਗਏ, ਕਿਸੇ ਦੀ ਹਿੰਮਤ ਨਹੀਂ ਪਈ ਉਹਨਾਂ ਸਿਪਾਹੀਆਂ ਨੂੰ ਰੋਕਣ ਦੀ। ਤੇ ਮੇਰੇ ਮਨ 'ਚ ਵਿਚਾਰ ਆਈ, ਮਨਾ ਵੀ ਜੇ ਹਾਕਮ ਦੇ ਸਿਪਾਹੀਆਂ ਨੂੰ ਅਸੀਂ ਨਹੀਂ ਰੋਕ ਸਕੇ ਤੇ ਜਦੋਂ ਉਹ ਰੱਬ ਦੇ ਮੌਤ ਦੇ ਫਰਿਸ਼ਤੇ ਆਉਣਗੇ ਉਹਨਾਂ ਨੂੰ ਕਿਵੇਂ ਰੋਕਾਂਗੇ? ਕੀ ਪਤਾ ਆ ਪੁੰਗਰ ਦੀ ਫਸਲ ਵਾਂਗੂ, ਛੋਟੀ ਛੋਟੀ ਫਸਲ ਵਾਂਗੂ ਪਹਿਲਾਂ ਮੇਰਾ ਹੀ ਨੰਬਰ ਲੱਗ ਜਾਏ, ਇਹਦੇ ਤੋਂ ਪਹਿਲਾਂ ਕਿ ਮੌਤ ਆ ਜਾਵੇ ਮੈਂ ਰੱਬ ਬਾਰੇ ਕੋਈ ਗੱਲ ਸੁਣ ਲਵਾਂ, ਮੈਂ ਮੌਤ ਬਾਰੇ ਕੋਈ ਗਿਆਨ ਪ੍ਰਾਪਤ ਕਰ ਲਵਾਂ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਤੁਹਾਡਾ ਨਾਂ ਕੀ ਹੈ? ਕਹਿਣ ਲੱਗਾ, ਜੀ ਬੂੜਾ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਤੇਰੀ ਉਮਰ ਬੇਸ਼ੱਕ ਬੱਚਿਆਂ ਵਾਲੀ ਹੈ ਪਰ ਤੇਰੇ ਜਿਹੜੇ ਖਿਆਲ ਨੇ, ਤੇਰੇ ਵਿਚਾਰ ਨੇ ਉਹ ਬਜ਼ੁਰਗਾਂ ਵਾਲੇ ਨੇ, ਬੁੱਢਿਆਂ ਵਾਲੇ ਨੇ। ਇਸ ਵਾਸਤੇ ਅੱਜ ਤੋਂ ਤੂੰ ਸਾਡਾ ਬਾਬਾ ਬੁੱਢਾ ਜੀ ਹੋਇਆ। ਤੇ ਕਹਿੰਦੇ ਘੁੱਟ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਗਲਵੱਕੜੀ ਵਿੱਚ ਲੈ ਲਿਆ। ਜਿਹੜੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਹਿਰਦੇ ਵਿੱਚ ਪਰਮਾਤਮਾ ਦੀ ਜੋਤ ਜਗ ਰਹੀ ਸੀ ਨਾ, ਕਹਿੰਦੇ ਉਹ ਇਸ ਬੱਚੇ ਦੇ ਹਿਰਦੇ 'ਚ ਪ੍ਰਵੇਸ਼ ਕਰ ਗਈ। ਤੇ ਕਹਿਣ ਲੱਗਾ, ਮਾਤਾ ਵੀ ਮੈਂ ਸਤਿਗੁਰਾਂ ਨਾਲ ਚਲੇ ਜਾਵਾਂ। ਤੇ ਅੱਜ ਦੀ ਮਾਂ ਹੁੰਦੀ ਤੇ ਕਹਿੰਦੀ ਮੱਝਾਂ ਕਿੰਨੇ ਚਾਰਨੀਆਂ? ਕਹਿਣ ਲੱਗੀ, ਜੇ ਤੂੰ ਧੰਨ ਗੁਰੂ ਨਾਨਕ ਸਾਹਿਬ ਜੀ ਨਾਲ ਚਲੇ ਜਾਵੇਂ ਬੇਟਾ ਤੇ ਮੇਰੀ ਕੁੱਖ ਸਫਲੀ ਹੋ ਜਾਵੇਗੀ, ਮੇਰਾ ਦੁੱਧ ਸਫਲਾ ਹੋ ਜਾਵੇਗਾ। ਤੇ ਕਹਿੰਦੇ ਇਹ ਬੱਚਾ ਉਸ ਦਿਨ ਤੋਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਚਲਾ ਗਿਆ। ਕਰਤਾਰਪੁਰ ਸਾਹਿਬ ਕੀਰਤਨ ਕਰਨ ਵਾਲਿਆਂ ਵਿੱਚ, ਕਥਾ ਕਰਨ ਵਾਲਿਆਂ ਵਿੱਚ ਤੇ ਸੁਣਨ ਵਾਲਿਆਂ ਵਿੱਚ ਬਾਬਾ ਬੁੱਢਾ ਸਾਹਿਬ ਜੀ ਸ਼ਾਮਲ ਹੁੰਦੇ ਨੇ।
ਕਦੇ ਕਦੇ ਆਪਣੇ ਪਿੰਡ ਵੀ ਗੇੜਾ ਮਾਰ ਜਾਂਦੇ ਨੇ। ਕਿਉਂ ਸਮਾਂ ਆ ਗਿਆ 1539 ਦਾ। ਧੰਨ ਗੁਰੂ ਨਾਨਕ ਸਾਹਿਬ ਜੀ ਚੋਲਾ ਛੱਡਣ ਦੀ ਤਿਆਰੀ ਪਏ ਕਰਦੇ ਨੇ ਤੇ ਕਹਿੰਦੇ ਕਰਤਾਰਪੁਰ ਤੋਂ ਬਾਹਰ ਨੂੰ ਇਹਨਾਂ ਨੇ ਚਾਲੇ ਪਾਏ ਨੇ। ਸੰਗਤਾਂ ਵੀ ਨਾਲ ਤੁਰੀਆਂ ਜਾ ਰਹੀਆਂ ਨੇ ਤੇ ਕਹਿੰਦੇ ਕੁਝ ਸੰਗਤਾਂ ਥੋੜੀ ਦੂਰ ਜਾ ਕੇ ਵਾਪਸ ਆ ਗਈਆਂ, ਕੁਝ ਸੰਗਤਾਂ ਥੋੜੀਆਂ ਹੋਰ ਅਗਾਂਹ ਤੋਂ ਫਿਰ ਵਾਪਸ ਆ ਗਈਆਂ। ਇਵੇਂ ਕਰਦਿਆਂ ਕਰਦਿਆਂ ਕਹਿੰਦੇ ਸਾਰੀਆਂ ਸੰਗਤਾਂ ਵਾਪਸ ਆਪੋ ਆਪਣੇ ਘਰਾਂ ਨੂੰ ਆ ਗਈਆਂ ਤੇ ਅਖੀਰ ਵਿੱਚ ਭਾਈ ਲਹਿਣਾ ਜੀ ਤੇ ਬਾਬਾ ਬੁੱਢਾ ਸਾਹਿਬ ਜੀ ਰਹਿ ਗਏ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਬੁੱਢਿਆ ਵੀ ਸਾਰੇ ਲੋਕ ਆਪੋ ਆਪਣੇ ਘਰਾਂ ਨੂੰ ਚਲੇ ਗਏ ਨੇ, ਤੂੰ ਵੀ ਚਲੇ ਜਾ, ਤੈਨੂੰ ਕੀ ਚਾਹੀਦਾ? ਕਹਿਣ ਲੱਗਾ, ਸੱਚੇ ਪਾਤਸ਼ਾਹ ਜਿਨ੍ਹਾਂ ਦੇ ਆਪੋ ਆਪਣੇ ਘਰ ਸਨ ਉਹ ਆਪੋ ਆਪਣੇ ਘਰਾਂ ਨੂੰ ਚਲੇ ਗਏ ਨੇ, ਮੇਰਾ ਤੇ ਘਰ ਹੀ ਕੋਈ ਨਹੀਂ। ਨਾਲੇ ਜਿਨ੍ਹਾਂ ਨੂੰ ਆਪਣੇ ਘਰ ਚਾਹੀਦੇ ਸੀ ਉਹ ਚਲੇ ਗਏ ਨੇ, ਮੈਨੂੰ ਤੇ ਤੁਸੀਂ ਚਾਹੀਦੇ ਹੋ, ਮੈਨੂੰ ਤੇ ਮੇਰਾ ਨਾਨਕ ਚਾਹੀਦਾ ਹੈ। ਕਹਿੰਦੇ ਪਹਿਲਾਂ 1518 ਨੂੰ ਗਲਵਕੜੀ ਵਿੱਚ ਲਿਆ, ਅੱਜ 21 ਸਾਲ ਬਾਅਦ ਫਿਰ 1539 ਨੂੰ ਘੁੱਟ ਕੇ ਆਪਣੇ ਸੀਨੇ ਨਾਲ ਲਾਇਆ ਤੇ ਕਹਿਣ ਲੱਗੇ, ਬੁੱਢਿਆ ਤੇਰੇ ਤੂੰ ਓਲੇ ਕਦੇ ਨਾ ਹੋਸਾਂ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਮਹਾਰਾਜ ਭਈ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਮਹਾਰਾਜ ਆ ਜਿਹੜੇ ਤੁਸੀਂ ਬਚਨ ਕਹੇ ਨੇ ਨਾ ਇਹਨਾਂ ਦੀ ਮੈਨੂੰ ਸਮਝ ਨਹੀਂ ਲੱਗੀ, ਕਿਰਪਾ ਕਰਕੇ ਸਮਝਾ ਦਿਓ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਬੁੱਢਿਆ ਅਸੀਂ ਜਿਸ ਵੀ ਜਗ੍ਹਾ ਤੇ ਹੋਈਏ, ਜਿਹੜੇ ਵੀ ਭੇਸ ਵਿੱਚ ਹੋਈਏ, ਜਿਹੜੇ ਵੀ ਰੂਪ ਵਿੱਚ ਹੋਈਏ, ਹੋਰ ਕਿਸੇ ਨੂੰ ਪਤਾ ਲੱਗੇ ਭਾਵੇਂ ਨਾ ਲੱਗੇ ਪਰ ਤੁਹਾਨੂੰ ਜ਼ਰੂਰ ਪਤਾ ਲੱਗਿਆ ਕਰੇਗਾ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਇਸ ਵੇਲੇ ਕਿੱਥੇ ਹੈ। ਇਤਿਹਾਸਕਾਰ ਕਹਿੰਦੇ ਨੇ ਹੁਣ ਧੰਨ ਗੁਰੂ ਅੰਗਦ ਦੇਵ ਜੀ ਨੂੰ ਧੰਨ ਗੁਰੂ ਨਾਨਕ ਦੇਵ ਜੀ ਨੇ ਗੁਰਗੱਦੀ ਦਿੱਤੀ ਹੈ ਤੇ ਸਭ ਤੋਂ ਪਹਿਲਾਂ ਮੱਥਾ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਟੇਕਿਆ ਧੰਨ ਗੁਰੂ ਅੰਗਦ ਦੇਵ ਜੀ ਨੂੰ ਤੇ ਦੂਸਰਾ ਮੱਥਾ ਬਾਬਾ ਬੁੱਢਾ ਸਾਹਿਬ ਜੀ ਨੇ ਟੇਕਿਆ ਤੇ ਗੁਰਗੱਦੀ ਦਾ ਤਿਲਕ ਬਾਬਾ ਬੁੱਢਾ ਸਾਹਿਬ ਜੀ ਨੇ ਦਿੱਤਾ। ਇਤਿਹਾਸਕਾਰ ਕਹਿੰਦੇ ਹੁਣ ਧੰਨ ਗੁਰੂ ਅੰਗਦ ਦੇਵ ਜੀ ਜੋ ਭਾਈ ਲਹਿਣੇ ਤੋਂ ਅੰਗਦ ਦੇਵ ਜੀ ਬਣੇ ਨੇ ਤੇ ਮਨ 'ਚ ਵਿਚਾਰ ਕੀਤੀ ਵੀ ਇੱਥੇ ਸੰਗਤਾਂ ਦੀ ਆਵਾਜਾਈ ਬੜੀ ਰਹਿੰਦੀ ਏ, ਇਸ ਵਾਸਤੇ ਕਿਸੇ ਨਕੇਵਲੀ ਜਗ੍ਹਾ ਤੇ ਬਹਿ ਕੇ ਥੋੜ੍ਹੇ ਦਿਨ ਸਿਮਰਨ ਕਰੀਏ। ਇਤਿਹਾਸਕਾਰ ਕਹਿੰਦੇ ਖਡੂਰ ਸਾਹਿਬ ਉਹਨਾਂ ਦੇ ਭੂਆ ਜੀ ਲੱਗਦੇ ਸਨ, ਮਾਤਾ ਭਰਾਈ ਜੀ ਉਹਨਾਂ ਦੇ ਘਰ ਚਲੇ ਗਏ ਤੇ ਕਹਿਣ ਲੱਗੇ, ਮਾਤਾ ਅਸੀਂ ਤੁਹਾਡੇ ਇਸ ਕਮਰੇ ਵਿੱਚ, ਉਦੋਂ ਕੋਠਾ ਕਹਿੰਦੇ ਸੀ, ਇਸ ਕੋਠੇ ਵਿੱਚ ਬੈਠ ਕੇ ਕੁਝ ਦਿਨਾਂ ਲਈ ਸਿਮਰਨ ਕਰਨਾ ਤੇ ਦੋ ਗੱਲਾਂ ਯਾਦ ਰੱਖਿਆ ਜੇ, ਇੱਕ ਤੇ ਕਿਸੇ ਨੂੰ ਦੱਸਿਓ ਨਾ ਵੀ ਗੁਰੂ ਨਾਨਕ ਦੀ ਜੋਤ ਸਾਡੇ ਘਰ ਵਿੱਚ ਹੈ, ਦੂਸਰਾ ਕੋਈ ਦਰਵਾਜ਼ਾ ਨਾ ਖੜਕਾਏ। ਕਹਿੰਦੇ ਮਾਤਾ ਨੇ ਕਿਹਾ 7 ਬਚਨ। ਇੱਧਰੋਂ ਸੰਗਤਾਂ ਜਦੋਂ ਵਿਆਕੁਲ ਹੋਈਆਂ, ਧੰਨ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਨਹੀਂ ਹੋਏ ਤੇ ਕਹਿਣ ਲੱਗੇ ਚਲੋ ਬਾਬਾ ਬੁੱਢਾ ਸਾਹਿਬ ਜੀ ਕੋਲ ਚੱਲੀਏ। ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਨੇ ਰਵਾਬੀ ਸਿੱਖਾਂ ਨੂੰ ਨਾਲ ਲਿਆ ਤੇ ਕਹਿੰਦੇ ਪਹੁੰਚ ਗਏ ਨੇ ਮਾਤਾ ਭਰਾਈ ਦੇ ਘਰ ਤੇ ਜਾ ਕੇ ਕਹਿਣ ਲੱਗੇ, ਮਾਤਾ ਵੀ ਗੁਰੂ ਨਾਨਕ ਦੀ ਜੋਤ ਤੁਹਾਡੇ ਘਰ ਵਿੱਚ ਹੈ। ਹੁਣ ਮਾਤਾ ਨੇ ਗੁਰੂ ਸਾਹਿਬ ਦੇ ਬਚਨ ਨੂੰ ਮੰਨਦਿਆਂ ਕਹਿ ਦਿੱਤਾ ਵੀ ਨਹੀਂ, ਸਾਡੇ ਘਰ ਗੁਰੂ ਨਾਨਕ ਦੀ ਜੋਤ ਨਹੀਂ ਹੈ। ਤੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਮਾਤਾ ਜੀ ਤੁਸੀਂ ਭਾਵੇਂ ਗੁਰੂ ਦੇ ਹੁਕਮ ਨੂੰ ਮੰਨ ਕੇ ਕਹਿ ਰਹੇ ਹੋ ਵੀ ਗੁਰੂ ਨਾਨਕ ਦੀ ਜੋਤ ਸਾਡੇ ਘਰ ਵਿੱਚ ਨਹੀਂ, ਪਰ ਜਿਹੜੀਆਂ ਤੁਹਾਡੇ ਚਿਹਰੇ ਤੇ ਲਾਲੀਆਂ ਚਮਕ ਰਹੀਆਂ ਨਾ, ਖੁਸ਼ੀ ਦੇ ਖੇੜੇ ਨੇ, ਇਹਨਾਂ ਤੋਂ ਪਤਾ ਲੱਗਦਾ ਗੁਰੂ ਨਾਨਕ ਦੀ ਜੋਤ ਤੁਹਾਡੇ ਘਰ ਵਿੱਚ ਹੈ। ਤੇ ਕਹਿੰਦੇ ਉਸ ਵੇਲੇ ਧੰਨ ਗੁਰੂ ਅੰਗਦ ਦੇਵ ਜੀ ਦੇ ਉਸ ਕਮਰੇ ਦੇ ਸਾਹਮਣੇ ਬੈਠ ਕੇ ਧੰਨ ਗੁਰੂ ਅੰਗਦ ਦੇਵ ਜੀ ਦੇ ਕੋਲ ਸਾਹਮਣੇ ਉਸ ਦਰਵਾਜ਼ੇ ਦੇ ਬੈਠ ਕੇ ਬਾਬਾ ਬੁੱਢਾ ਸਾਹਿਬ ਜੀ ਰਬਾਬੀ ਸਿੱਖਾਂ ਨੂੰ ਕਹਿਣ ਲੱਗੇ ਭਈ ਕੀਰਤਨ ਸ਼ੁਰੂ ਕਰੋ। ਕਹਿੰਦੇ ਜਦੋਂ ਰਬਾਬੀ ਸਿੱਖਾਂ ਨੇ ਕੀਰਤਨ ਸ਼ੁਰੂ ਕੀਤਾ, ਇਤਿਹਾਸਕਾਰ ਕਹਿੰਦੇ ਦਰਵਾਜ਼ਾ ਆਪਣੇ ਆਪ ਖੁੱਲ੍ਹਿਆ, ਧੰਨ ਗੁਰੂ ਅੰਗਦ ਦੇਵ ਜੀ ਆਣ ਕੇ ਸੰਗਤਾਂ ਵਿੱਚ ਬਿਰਾਜਮਾਨ ਹੋ ਗਏ ਤੇ ਕਹਿਣ ਲੱਗੇ, ਬੁੱਢਿਆ ਵੀ ਤੂੰ ਸਾਡਾ ਬਚਨ ਨਹੀਂ ਮੰਨਿਆ। ਮਹਾਰਾਜ ਕਿਹੜਾ? ਕਹਿੰਦੇ ਅਸੀਂ ਕਿਹਾ ਸੀ ਕਿ ਦਰਵਾਜ਼ਾ ਨਾ ਖੜਕਾਏ, ਤੁਸੀਂ ਫਿਰ ਖੜਕਾ ਦਿੱਤਾ। ਕਹਿਣ ਲੱਗਾ, ਮਹਾਰਾਜ ਅਸੀਂ ਦਰਵਾਜ਼ਾ ਖੜਕਾਇਆ ਨਹੀਂ, ਦਰਵਾਜ਼ਾ ਤੇ ਆਪਣੇ ਆਪ ਖੁੱਲ੍ਹਿਆ, ਤੁਸੀਂ ਆਪ ਆਣ ਕੇ ਸੰਗਤ ਵਿੱਚ ਬਿਰਾਜਮਾਨ ਹੋਏ ਹੋ। ਤੇ ਧੰਨ ਗੁਰੂ ਅੰਗਦ ਦੇਵ ਜੀ ਕਹਿਣ ਲੱਗੇ, ਬੁੱਢਿਆ ਆ ਲੋਕਾਂ ਨੂੰ ਜੇ ਬਾਹਰ ਦੇ ਦਰਵਾਜ਼ੇ ਖੜਕਾਉਣ ਦੀ ਜਾਂਚ ਨਹੀਂ ਆਈ, ਤੁਸੀਂ ਧੰਨ ਗੁਰੂ ਨਾਨਕ ਸਾਹਿਬ ਜੀ ਨਾਲ ਰਹਿ ਕੇ ਇਹੋ ਜਿਹੇ ਸਬਕ ਸਿੱਖ ਲਏ ਨੇ, ਆ ਗੁਰਬਾਣੀ ਦੀ ਠੋਕਰ ਮਾਰ ਕੇ ਸਾਡੇ ਹਿਰਦੇ ਦੇ ਦਰਵਾਜ਼ੇ ਖੜਕਾ ਦਿੱਤੇ। ਗੁਰਬਾਣੀ ਦਾ ਕੀਰਤਨ ਹੁੰਦਾ ਹੋਵੇ ਤਾਂ ਅਸੀਂ ਅੰਦਰ ਬੈਠੇ ਰਹੀਏ। ਇਤਿਹਾਸਕਾਰ ਕਹਿੰਦੇ ਨੇ ਸਮਾਂ ਆਪਣੀ ਚਾਲੇ ਚੱਲਦਾ ਗਿਆ। ਅੱਜ ਧੰਨ ਗੁਰੂ ਅਮਰਦਾਸ ਜੀ ਜਦੋਂ ਕੁਝ ਸਮੇਂ ਵਾਸਤੇ ਅਲੋਪ ਹੋਏ ਨੇ ਆਪਣੇ ਪਿੰਡ ਬਾਸਰ ਕੇ, ਉਹਨਾਂ ਵੀ ਕਹਿੰਦੇ ਦਰਵਾਜ਼ਾ ਬੰਦ ਕਰਕੇ ਕਹਿ ਦਿੱਤਾ ਵੀ ਕੋਈ ਸਾਡਾ ਦਰਵਾਜ਼ਾ ਨਾ ਖੋਲ੍ਹੇ। ਸੰਗਤਾਂ ਫਿਰ ਵਿਆਕੁਲ ਹੋਈਆਂ ਨੇ ਤੇ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਨੂੰ ਨਾਲ ਲਿਆ।
ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਉਹਨਾਂ ਦੀ ਘੋੜੀ ਜਿਹੜੀ ਹੈ ਉਹਨੂੰ ਅੱਗੇ ਲਾਈਏ, ਆਪਾਂ ਪਿੱਛੇ ਪਿੱਛੇ ਤੁਰੀਏ। ਕਹਿੰਦੇ ਜਦੋਂ ਘੋੜੀ ਨੂੰ ਅੱਗੇ ਲਾਇਆ ਤੇ ਘੋੜੀ ਪਿੰਡ ਬਾਸਰ ਕੇ ਉਸ ਦਰਵਾਜ਼ੇ ਦੇ ਅੱਗੇ ਜਾ ਕੇ ਖੜੀ ਹੋ ਗਈ ਜਿੱਥੇ ਧੰਨ ਗੁਰੂ ਅਮਰਦਾਸ ਜੀ ਬਿਰਾਜਮਾਨ ਸਨ, ਸਿਮਰਨ ਕਰ ਰਹੇ ਸਨ। ਤੇ ਲਿਖਿਆ ਹੋਇਆ ਸੀ ਵੀ ਕੋਈ ਸਾਹਮਣਾ ਦਰਵਾਜ਼ਾ ਨਾ ਖੋਲੇ। ਤੇ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਨੇ ਪਿਛਲੇ ਪਾਸਿਓਂ ਸੰਨ ਲਾ ਕੇ ਉਸ ਵੇਲੇ ਬਾਬਾ ਧੰਨ ਗੁਰੂ ਅਮਰਦਾਸ ਜੀ ਨੂੰ ਪ੍ਰਗਟ ਕਰ ਦਿੱਤਾ। ਤੇ ਅੱਜ ਵੀ ਉੱਥੇ ਗੁਰਦੁਆਰਾ ਸੰਨ ਸਾਹਿਬ ਬਣਿਆ ਹੋਇਆ ਹੈ। ਸਮਾਂ ਆਪਣੀ ਚਾਲੇ ਚੱਲਦਾ ਗਿਆ। ਅੱਜ ਚੌਥੇ ਪਾਤਸ਼ਾਹ ਗੁਰਗੱਦੀ ਤੇ ਬਿਰਾਜਮਾਨ ਹੋ ਗਏ ਨੇ। ਤੇ ਉਹ ਜੋ ਅੰਮ੍ਰਿਤਸਰ ਸਾਹਿਬ ਜੀ ਦਾ ਅੱਜ ਨਾਮ ਹੈ ਸ਼ਹਿਰ ਦਾ, ਉਹਦਾ ਨਾਮ ਸੀ ਗੁਰੂ ਕਾ ਚੱਕ। ਤੇ ਉਹਦੀ ਮੋਹਰੀ ਗੱਡਣ ਵਾਲਿਆਂ ਵਿੱਚ, ਉਹਦੀ ਨੀਂਹ ਰੱਖਣ ਵਾਲਿਆਂ ਵਿੱਚ ਬਾਬਾ ਬੁੱਢਾ ਸਾਹਿਬ ਜੀ ਸ਼ਾਮਲ ਹੋਏ ਨੇ। ਤੇ ਇਤਿਹਾਸਕਾਰ ਕਹਿੰਦਾ ਹੁਣ ਸਮਾਂ ਆ ਗਿਆ ਪੰਜਵੇਂ ਪਾਤਸ਼ਾਹ ਜੀ ਦਾ। ਤੇ ਅੱਜ ਪੰਜਵੇਂ ਪਾਤਸ਼ਾਹ ਜੀ ਇਤਿਹਾਸਕਾਰ ਕਹਿੰਦੇ ਨੇ 1604 ਦਾ ਸਮਾਂ ਹੋਇਆ। ਤੇ ਰਾਮਸਰ ਸਰੋਵਰ ਦੇ ਕੰਢੇ ਤੇ ਬੈਠ ਕੇ ਇਹਨਾਂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕੀਤੀ। ਤੇ ਇੱਧਰ ਬਾਬਾ ਬੁੱਢਾ ਸਾਹਿਬ ਜੀ ਦੀ ਉਮਰ 98 ਸਾਲ ਦੀ ਹੋ ਗਈ ਹੈ। ਤੇ ਇਹ ਬੀੜ ਸਭ ਜਾ ਕੇ ਸੇਵਾ ਪਏ ਕਰਦੇ ਨੇ, ਫਸਲਾਂ ਪਏ ਉਗਾਉਂਦੇ ਨੇ, ਮੱਝਾਂ ਪਏ ਚਾਰਦੇ ਨੇ। ਤੇ ਧੰਨ ਗੁਰੂ ਅਰਜਨ ਦੇਵ ਜੀ ਨੇ ਸੁਨੇਹਾ ਘੱਲਿਆ ਵੀ ਬਾਬਾ ਜੀ ਨੂੰ ਇੱਥੇ ਮੰਗਾਓ ਸਾਡੇ ਕੋਲ। ਕਹਿੰਦੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਆਏ ਨੇ ਤੇ ਧੰਨ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਬਾਬਾ ਜੀ ਇਹ ਪਾਵਨ ਪਵਿੱਤਰ ਗ੍ਰੰਥ ਪੋਥੀ ਪਰਮੇਸ਼ਰ ਦਾ ਥਾਨ ਤਿਆਰ ਹੋ ਗਈ ਹੈ, ਇਹ ਗ੍ਰੰਥ ਤਿਆਰ ਹੋ ਗਿਆ। ਹੁਣ ਇਹ ਦੱਸੋ ਵੀ ਇਸ ਪਵਿੱਤਰ ਗ੍ਰੰਥ ਦਾ ਪ੍ਰਕਾਸ਼ ਕਿੱਥੇ ਹੋਏਗਾ। ਤੇ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਪਾਵਨ ਪਵਿੱਤਰ ਗ੍ਰੰਥ ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਹੋਣਾ ਚਾਹੀਦਾ ਹੈ। ਤੇ ਧੰਨ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਠੀਕ ਹੈ ਬਾਬਾ ਜੀ, ਅੱਜ ਤੁਸੀਂ ਅੱਗੇ ਅੱਗੇ ਤੁਰੋਗੇ ਤੇ ਅਸੀਂ ਪਿੱਛੇ ਪਿੱਛੇ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਮਹਾਰਾਜ ਵੀ ਸਿੱਖ ਪਿੱਛੇ ਪਿੱਛੇ ਤੁਰੇ ਸੋਹਣਾ ਲੱਗਦਾ, ਗੁਰੂ ਅੱਗੇ ਅੱਗੇ ਸ਼ੋਭਦਾ, ਸਿੱਖ ਅੱਗੇ ਅੱਗੇ ਤੁਰੇ, ਗੁਰੂ ਪਿੱਛੇ ਪਿੱਛੇ ਤੁਰੇ ਸ਼ੋਭਾ ਨਹੀਂ ਦਿੰਦਾ। ਤੇ ਧੰਨ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਨਹੀਂ ਬੁੱਢਿਆ, ਅੱਜ ਇਹ ਪਾਵਨ ਪਵਿੱਤਰ ਗ੍ਰੰਥ ਤੁਹਾਡੇ ਸੀਸ ਤੇ ਹੋਵੇਗਾ, ਤੁਸੀਂ ਅੱਗੇ ਅੱਗੇ ਤੁਰੋਗੇ, ਅਸੀਂ ਪਿੱਛੇ ਪਿੱਛੇ ਚੌਰ ਕਰਦੇ ਆਵਾਂਗੇ। ਇਤਿਹਾਸਕਾਰ ਕਹਿੰਦੇ ਸੰਗਤਾਂ ਦੇ ਸਮੇਤ ਧੰਨ ਗੁਰੂ ਅਰਜਨ ਦੇਵ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਤੇ ਗ੍ਰੰਥ ਸਾਹਿਬ ਹੈ, ਧੰਨ ਗੁਰੂ ਅਰਜਨ ਦੇਵ ਜੀ ਚੌਰ ਪਏ ਕਰਦੇ ਨੇ, ਪਹੁੰਚ ਗਏ ਨੇ ਕਹਿੰਦੇ ਉੱਥੇ ਹਰਿਮੰਦਰ ਸਾਹਿਬ। ਤੇ ਕਹਿੰਦੇ ਫਿਰ ਮੰਜੇ ਸਹਿਤ ਗ੍ਰੰਥ ਤੈ ਤਾਪ, ਬੈਠੇ ਨਿਕਟ ਗੁਰੂ ਤਬ ਆਪ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਓ ਆਵਾਜ਼ਾਂ ਸੁਣੇ ਸਭ ਪੰਥ। ਤੇ ਕਹਿੰਦੇ ਅਦਬ ਸਹਿਤ ਗ੍ਰੰਥ ਤਬ ਖੋਲਾ, ਲੈ ਆਵਾਜ਼ ਬੁੱਢਾ ਮੁਖੋਂ ਬੋਲਾ, ਸੂਹੀ ਰਾਗ ਸੰਤ ਜੋ ਆਇਓ, ਭਾਈ ਬੁੱਢੇ ਪਾਠ ਸੁਣਾਇਓ, ਸੁਣ ਕੇ ਸਭ ਨੇ ਸੀਸ ਨਵਾਇਓ। ਕਹਿੰਦੇ ਫਿਰ ਪਾਵਨ ਪਵਿੱਤਰ ਮੰਜੇ ਸਾਹਿਬ ਤੇ ਪੀੜਾ ਸਾਹਿਬ ਤੇ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼, ਪਹਿਲਾ ਪ੍ਰਕਾਸ਼ ਜਦੋਂ 1604 ਨੂੰ ਹੋਇਆ ਬਾਬਾ ਬੁੱਢਾ ਸਾਹਿਬ ਜੀ ਨੇ ਕੀਤਾ। ਤੇ ਹੁਕਮਨਾਮਾ ਆਇਆ ਸੂਹੀ ਰਾਗ ਦੇ ਵਿੱਚੋਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਤਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਤੇ ਉਸ ਵਨ ਪਹਿਲੇ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਥਾਪੇ ਗਏ ਨੇ। ਜੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪਹਿਲਾ 1604 ਨੂੰ ਹੋਇਆ ਤੇ ਗ੍ਰੰਥੀ ਵੀ ਉਸ ਦਿਨ ਹੀ ਸ਼ੁਰੂ ਹੋਈ ਹੈ। ਗ੍ਰੰਥੀ ਦੀ ਜਿਹੜੀ ਸ਼ੁਰੂਆਤ ਹੈ ਪਦਵੀ ਹੈ ਉਹ ਵੀ 1604 ਨੂੰ ਹੋਈ। ਪਹਿਲੇ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਬਣੇ ਨੇ। ਇਤਿਹਾਸਕਾਰ ਕਹਿੰਦਾ ਹੁਣ ਪੰਜਵੇਂ ਪਾਤਸ਼ਾਹ ਜੀ ਸ਼ਹੀਦੀ ਪ੍ਰਾਪਤ ਕਰ ਗਏ ਨੇ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਸ਼ਹੀਦੀ ਦਾ ਯੁੱਗ ਵੀ ਵੇਖਿਆ, ਕੁਰਬਾਨੀ ਦਾ ਯੁੱਗ ਵੀ ਵੇਖਿਆ, ਗੁਰਬਾਣੀ ਦਾ ਯੁੱਗ ਵੀ ਵੇਖਿਆ। ਕਿ ਹੁਣ ਸਮਾਂ ਆ ਗਿਆ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਜੀ ਗੁਰਗੱਦੀ ਤੇ ਬਿਰਾਜਮਾਨ ਹੋਏ ਨੇ। ਤੇ ਬਾਬਾ ਬੁੱਢਾ ਸਾਹਿਬ ਜੀ ਜਦੋਂ ਸੇਲੀ ਟੋਪੀ ਲੈ ਕੇ ਆਏ ਨੇ ਤੇ ਛੇਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਬਾਬਾ ਜੀ ਇਹ ਦੋਨੋਂ ਚੀਜ਼ਾਂ ਸਤਿਕਾਰ ਦੇ ਨਾਲ ਤੋਸ਼ਾਖਾਨਾ ਵਿੱਚ ਰੱਖ ਦਿਓ, ਅੱਜ ਸਾਨੂੰ ਦਸਤਾਰ ਸਜਾਓ ਤੇ 2 ਤਲਵਾਰਾਂ ਪਹਿਨਾਈਆਂ। ਫਿਰ 2 ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ। ਤੇ ਹਰਿਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖਤ ਸਾਹਿਬ ਜੀ ਦੀ ਸਾਜਨਾ ਕਰ ਦਿੱਤੀ। ਛੇਵੇਂ ਪਾਤਸ਼ਾਹ ਜੀ ਨੇ ਕਿਸੇ ਰਾਜ ਨਾ ਹੱਥ ਲਗਾਇਓ, ਬੁੱਢੇ ਔਰ ਗੁਰਦਾਸ ਬਣਾਇਓ, ਕੋਈ ਰਾਜ ਮਿਸਤਰੀ ਨਹੀਂ ਲੱਗਿਆ। ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕਰ ਦਿੱਤੀ। ਤੇ ਹੁਣ ਬਾਬਾ ਬੁੱਢਾ ਸਾਹਿਬ ਜੀ ਦੀ ਉਮਰ 100 ਸਾਲ ਤੋਂ ਉੱਪਰ ਹੋ ਗਈ ਹੈ। ਤੇ ਇਤਿਹਾਸਕਾਰ ਕਹਿੰਦੇ ਨੇ ਫਿਰ ਵੀ ਰੋਜ਼
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਬੀੜ ਸਾਹਿਬ ਤੋਂ ਚੱਲ ਕੇ ਅਕਾਲ ਤਖਤ ਸਾਹਿਬ ਤੇ ਹਰਿਮੰਦਰ ਸਾਹਿਬ ਵਿਖੇ ਪਹੁੰਚਦੇ ਨੇ। ਤੇ ਇੱਕ ਦਿਨ ਛੇਵੇਂ ਪਾਤਸ਼ਾਹ ਜੀ ਕਹਿਣ ਲੱਗੇ, ਬਾਬਾ ਜੀ ਤੁਸੀਂ ਹੁਣ ਬਜ਼ੁਰਗ ਹੋ ਗਏ ਹੋ, ਉਮਰ ਕਾਫੀ ਹੋ ਗਈ ਏ, ਹੁਣ ਸਾਡਾ ਮਨ ਕਰਦਾ ਵੀ ਤੁਸੀਂ ਸਾਡੇ ਦਰਸ਼ਨ ਕਰਨ ਵਾਸਤੇ ਨਾ ਆਇਆ ਕਰ, ਹੁਣ ਅਸੀਂ ਤੁਹਾਡੇ ਦਰਸ਼ਨ ਕਰਨ ਵਾਸਤੇ ਬੀੜ ਸਾਹਿਬ ਜਾਇਆ ਕਰਾਂਗੇ। ਤੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਨਹੀਂ ਮਹਾਰਾਜ, ਸਿੱਖ ਗੁਰੂ ਦੇ ਦਰਸ਼ਨ ਕਰਨ ਵਾਸਤੇ ਆਵੇ ਸੋਹਣਾ ਲੱਗਦਾ, ਗੁਰੂ ਸਿੱਖ ਦੇ ਦਰਸ਼ਨ ਕਰਨ ਵਾਸਤੇ ਜਾਵੇ ਸ਼ੋਭਦਾ ਨਹੀਂ, ਮੈਂ ਹੀ ਦਰਸ਼ਨ ਕਰਨ ਵਾਸਤੇ ਆਇਆ ਕਰਾਂਗਾ। ਤੇ ਛੇਵੇਂ ਪਾਤਸ਼ਾਹ ਜੀ ਕਹਿਣ ਲੱਗੇ, ਠੀਕ ਹੈ ਬਾਬਾ ਜੀ, ਫਿਰ ਅੱਜ ਤੋਂ ਬਾਅਦ ਤੁਸੀਂ ਪੈਦਲ ਨਹੀਂ ਆਣਾ, ਅਸੀਂ ਪਾਲਕੀ ਤਿਆਰ ਕਰਵਾ ਦਿੰਦੇ ਹਾਂ, ਸਿੱਖ ਸੰਗਤਾਂ ਤੁਹਾਨੂੰ ਪਾਲਕੀ ਵਿੱਚ ਲੈ ਕੇ ਆਇਆ ਕਰਨਗੀਆਂ। ਇਤਿਹਾਸਕਾਰ ਕਹਿੰਦੇ ਨੇ ਪਾਲਕੀ ਤਿਆਰ ਹੋ ਗਈ ਹੈ। ਬਾਬਾ ਬੁੱਢਾ ਸਾਹਿਬ ਜੀ ਨੂੰ ਸਿੱਖ ਸੰਗਤਾਂ ਪਾਲਕੀ ਵਿੱਚ ਬਿਠਾ ਕੇ ਬੀੜ ਸਾਹਿਬ ਤੋਂ ਹਰਿਮੰਦਰ ਸਾਹਿਬ ਲੈ ਕੇ ਆਉਂਦੀਆਂ, ਹਰਿਮੰਦਰ ਸਾਹਿਬ ਤੋਂ ਫਿਰ ਬੀੜ ਸਾਹਿਬ ਲੈ ਕੇ ਆਉਂਦੀਆਂ। ਜਿਵੇਂ ਅੱਜ ਕੋਠਾ ਸਾਹਿਬ ਤੋਂ ਸਤਿਗੁਰੂ ਜੀ ਦੇ ਸਰੂਪ ਆਉਂਦੇ ਨੇ ਹਰਿਮੰਦਰ ਸਾਹਿਬ, ਹਰਿਮੰਦਰ ਸਾਹਿਬ ਤੋਂ ਕੋਠਾ ਸਾਹਿਬ ਜਾਂਦੇ ਨੇ ਤੇ ਪਾਲਕੀ ਨੂੰ ਮੋਢਾ ਦੇਣ ਵਾਲਿਆਂ ਦੀ ਵਾਰੀ ਨਹੀਂ ਆਉਂਦੀ। ਕਹਿੰਦੇ ਇਵੇਂ ਬਾਬਾ ਬੁੱਢਾ ਸਾਹਿਬ ਜੀ ਦੀ ਪਾਲਕੀ ਨੂੰ ਮੋਢਾ ਦੇਣ ਵਾਲਿਆਂ ਦੀ ਵਾਰੀ ਨਹੀਂ ਆਉਂਦੀ। ਇਹਦਾ ਇਹ ਭਾਵ ਨਹੀਂ ਕਿ ਉਹਨਾਂ ਨੂੰ ਗੁਰੂ ਮੰਨ ਲਿਆ ਸੀ, ਇਹ ਸਿੱਖ ਦਾ ਸਤਿਕਾਰ ਭਿਓ ਰਿਹਾ, ਸਿੱਖ ਗੁਰੂ ਸਿੱਖ ਹੈ, ਨਾਨਕ ਭੇਦ ਨਾ ਭਾਈ। ਤੇ ਇੱਕ ਦਿਨ ਕਹਿੰਦੇ ਛੇਵੇਂ ਪਾਤਸ਼ਾਹ ਜੀ ਦੇ ਮਨ 'ਚ ਵਿਚਾਰ ਆਈ ਵੀ ਸਿੱਖ ਸੰਗਤਾਂ ਬਾਬਾ ਬੁੱਢਾ ਸਾਹਿਬ ਜੀ ਦੀ ਪਾਲਕੀ ਨੂੰ ਮੋਢਾ ਦੇ ਕੇ ਲਾਹਾ ਖੱਟ ਰਹੀਆਂ, ਕਿਉਂ ਨਾ ਅੱਜ ਅਸੀਂ ਵੀ ਇਹ ਸੇਵਾ ਕਮਾ ਲਈਏ। ਕਹਿੰਦੇ ਆਮ ਸਿੱਖਾਂ ਵਾਲੇ ਬਸਤਰ ਪਹਿਨ ਲੈਣੇ ਸਤਿਗੁਰੂ ਜੀ ਨੇ, ਤੇ ਕਹਿੰਦੇ ਉੱਪਰ ਸਰੀਰ ਦੇ ਇੱਕ ਚਾਦਰ ਦੀ ਬੁੱਕਲ ਮਾਰ ਲਈ। ਤੇ ਕਹਿੰਦੇ ਇੱਕ ਸਿੱਖ ਨੂੰ ਕਹਿਣ ਲੱਗੇ ਵੀ ਤੁਸੀਂ ਥੋੜ੍ਹੇ ਜਿਹੇ ਪਰਾਂ ਨੂੰ ਹੋ ਜਾਓ, ਮੈਂ ਮੋਢਾ ਦੇਣਾ ਵੇ। ਤੇ ਕਹਿੰਦੇ ਉਸੇ ਵੇਲੇ ਪਾਲਕੀ 'ਚੋਂ ਆਵਾਜ਼ ਆਈ, ਗੁਰਸਿੱਖੋ ਪਾਲਕੀ ਥੱਲੇ ਉਤਾਰ ਦਿਓ, ਨਹੀਂ ਤੇ ਅਸੀਂ ਛਾਲ ਮਾਰ ਦੇਣੀ ਏ। ਸਿੱਖ ਸੰਗਤਾਂ ਨੇ ਪਾਲਕੀ ਥੱਲੇ ਉਤਾਰੀ। ਬਾਬਾ ਜੀ ਕੀ ਗੱਲ ਹੋਈ ਏ? ਕਹਿਣ ਲੱਗੇ ਤੁਹਾਨੂੰ ਪਤਾ ਨਹੀਂ ਲੱਗਿਆ, ਸਾਡੀ ਪਾਲਕੀ ਨੂੰ ਛੇਵੇਂ ਪਾਤਸ਼ਾਹ ਜੀ ਮੀਰੀ ਪੀਰੀ ਦੇ ਮਾਲਕ ਬੋਢਾ ਦੇਣ ਲੱਗੇ ਸਨ। ਤੇ ਕਹਿੰਦੇ ਸਿੱਖ ਕਹਿਣ ਲੱਗੇ, ਮਹਾਰਾਜ ਸਾਨੂੰ ਖੁੱਲੀਆਂ ਅੱਖਾਂ ਨਾਲ ਪਤਾ ਨਹੀਂ ਲੱਗਾ, ਇਹ ਮੀਰੀ ਪੀਰੀ ਦੇ ਮਾਲਕ ਨੇ, ਤੇ ਤੁਹਾਨੂੰ ਪਾਲਕੀ ਦੇ ਪਰਦਿਆਂ 'ਚ ਕਿਵੇਂ ਪਤਾ ਲੱਗ ਗਿਆ ਮੀਰੀ ਪੀਰੀ ਦੇ ਮਾਲਕ ਨੇ? ਤੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਪਹਿਲੀ ਗੱਲ ਤੇ ਇਹ ਹੈ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ ਸੀ, ਬੁੱਢਿਆ ਤੇਰੇ ਤੋਂ ਓਲੇ ਕਦੇ ਨਾ ਹੋ ਸਾਂ। ਤੇ ਦੂਸਰੀ ਗੱਲ ਇਹ ਹੈ ਵੀ ਇੱਕ ਸਿੱਖ ਦੀ ਪਾਲਕੀ ਨੂੰ ਗੁਰੂ ਮੋਢਾ ਦੇਣ ਲੱਗੇ ਤੇ ਸਿੱਖ ਨੂੰ ਪਤਾ ਨਾ ਲੱਗੇ, ਫਿਰ ਸਿੱਖੀ ਕਾਦੀ ਹੋਈ। ਇਤਿਹਾਸਕਾਰ ਕਹਿੰਦੇ ਨੇ ਉਸ ਦਿਨ ਛੇਵੇਂ ਪਾਤਸ਼ਾਹ ਜੀ ਇਹ ਸੇਵਾ ਤੋਂ ਵਾਂਝੇ ਰਹਿ ਗਏ ਨੇ। ਹੁਣ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਮਹਾਰਾਜ ਵੀ ਮਨ ਕਰਦਾ ਕਿਤੇ ਨਕੇਵਲੇ ਜਾ ਕੇ ਆਖਰੀ ਸਮਾਂ ਬਤੀਤ ਕਰ ਲਈਏ। ਤੇ ਕਹਿੰਦੇ ਠੀਕ ਹੈ। ਰਮਦਾਸ ਪਿੰਡ ਤੇ ਜਦੋਂ ਵਿਚਾਰ ਬਣੀ ਬਾਬਾ ਬੁੱਢਾ ਸਾਹਿਬ ਜੀ ਦੀ ਜਾਣ ਦੀ, ਤੇ ਛੇਵੇਂ ਪਾਤਸ਼ਾਹ ਜੀ ਕਹਿਣ ਲੱਗੇ, ਠੀਕ ਹੈ ਬਾਬਾ ਜੀ, ਤੁਸੀਂ ਰਮਦਾਸ ਪਿੰਡ ਜਾ ਕੇ ਹੁਣ ਆਪਣਾ ਆਖਰੀ ਸਮਾਂ ਬਤੀਤ ਕਰੋ, ਸਿਮਰਨ ਕਰੋ। ਤੇ ਕਹਿੰਦੇ ਛੇਵੇਂ ਪਾਤਸ਼ਾਹ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਮਹਾਰਾਜ ਇੱਕ ਬਚਨ ਕਰਨਾ ਹੈ, ਦੱਸੋ ਜੀ। ਕਹਿਣ ਲੱਗੇ ਇਹ ਗੱਲ ਹੈ ਵੀ ਜਿਹੜਾ ਮੇਰਾ ਸੀਸ 12 ਸਾਲ ਦੀ ਉਮਰ ਵਿੱਚ ਤੁਹਾਡੇ ਚਰਨਾਂ ਤੇ ਆਣ ਕੇ ਟਿਕਿਆ ਸੀ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਆਣ ਕੇ ਟਿਕਿਆ ਸੀ, ਅਖੀਰ ਵੇਲੇ ਮੇਰਾ ਇਹ ਸੀਸ ਤੁਹਾਡੇ ਚਰਨਾਂ ਤੇ ਟਿਕਣਾ ਚਾਹੀਦਾ, ਮੇਰਾ ਸਿਰ ਤੇਰੇ ਚਰਨਾਂ 'ਚ ਹੋਵੇ ਜਦੋਂ ਮੇਰੀ ਜਾਨ ਨਿਕਲੇ। ਤੇ ਛੇਵੇਂ ਪਾਤਸ਼ਾਹ ਜੀ ਕਹਿੰਦੇ ਕਿ ਬਾਬਾ ਜੀ ਇਹ ਤੁਹਾਡਾ ਬਚਨ ਪੂਰਾ ਹੋ ਜਾਏਗਾ। ਕੁਝ ਸਮੇਂ ਤੋਂ ਬਾਅਦ ਕਹਿੰਦੇ ਹੁਣ ਸਮਾਂ ਆ ਗਿਆ 1600 ਤੇ ਇਤਿਹਾਸਕਾਰ ਜ਼ਿਕਰ ਕਰਦੇ ਨੇ 31 ਦਾ, 1506 ਤੋਂ ਤੁਰਿਆ ਤੇ 1631 125 ਸਾਲ ਹੋਣ ਵਾਲੇ ਨੇ। ਤੇ ਕਹਿੰਦੇ ਅੱਜ ਬਾਬਾ ਬੁੱਢਾ ਸਾਹਿਬ ਜੀ ਨੇ ਸੁਨੇਹਾ ਭੇਜਿਆ ਛੇਵੇਂ ਪਾਤਸ਼ਾਹ ਜੀ ਨੂੰ। ਇੱਕ ਸਿੱਖ ਨੇ ਆਣ ਕੇ ਕਿਹਾ, ਮਹਾਰਾਜ ਤੁਹਾਨੂੰ ਬਾਬਾ ਬੁੱਢਾ ਸਾਹਿਬ ਜੀ ਯਾਦ ਕਰਦੇ ਨੇ। ਤੇ ਛੇਵੇਂ ਪਾਤਸ਼ਾਹ ਜੀ ਕਹਿਣ ਲੱਗੇ, ਜੇ ਬਾਬਾ ਬੁੱਢਾ ਸਾਹਿਬ ਜੀ ਯਾਦ ਕਰਦੇ ਨੇ ਤੇ ਸਮਝ ਲਓ ਅੱਜ ਉਹਨਾਂ ਦਾ ਆਖਰੀ ਸਮਾਂ ਆ ਗਿਆ। ਕਹਿੰਦੇ ਛੇਵੇਂ ਪਾਤਸ਼ਾਹ ਜੀ ਨਾਲ ਭਾਈ ਗੁਰਦਾਸ ਜੀ, ਨਾਲ ਭਾਈ ਬਿਧੀ ਚੰਦ ਜੀ, ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸੁਪੁੱਤਰ ਸ਼੍ਰੀ ਚੰਦ ਜੀ, ਤੇ ਕਹਿੰਦੇ ਨਾਲ ਹੋਰ ਸੰਗਤਾਂ ਪਹੁੰਚ ਗਈਆਂ ਨੇ ਰਮਦਾਸ ਪਿੰਡ। ਕੀ ਤੱਕਿਆ ਸਾਹਮਣੇ ਤਖਤ ਪਹੁੰਚ ਤੇ ਬਾਬਾ ਬੁੱਢਾ ਸਾਹਿਬ ਜੀ ਚੌਂਕੜਾ ਮਾਰ ਕੇ ਬੈਠੇ ਨੇ। ਤੇ ਕਹਿੰਦੇ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਜੀ ਨੇ ਉਹਨਾਂ ਦੇ ਚਰਨਾਂ ਤੇ ਨਮਸਕਾਰ ਕਰਨ ਦੀ ਕੋਸ਼ਿਸ਼ ਕੀਤੀ। ਤੇ ਕਹਿੰਦੇ ਛੇਵੇਂ ਪਾਤਸ਼ਾਹ ਜੀ ਦੇ ਹੱਥ ਬਾਬਾ ਬੁੱਢਾ ਸਾਹਿਬ ਜੀ ਨੇ ਪਕੜ ਲਏ। ਕਹਿਣ ਲੱਗੇ, ਸਿੱਖ ਗੁਰੂ ਨੂੰ ਮੱਥਾ ਟੇਕੇ ਤੇ ਸੋਹਣਾ ਲੱਗਦਾ, ਗੁਰੂ ਸਿੱਖ ਨੂੰ ਮੱਥਾ ਟੇਕੇ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੀ ਪੀਰੀ ਦੇ ਮਾਲਕ ਕਹਿਣ ਲੱਗੇ, ਬਾਬਾ ਜੀ ਜਹਾਂ ਪੇਖਾਂ ਗੁਰ ਸਿੱਖੜਾ ਤਿਸ ਨਿਮ ਨਿਵ ਲਾਗਾ ਪਾਏ ਜੀਓ। ਤੇ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੇ ਅਵਰੈ ਨਾਮ ਜਪਾਵੇ।
ਇਤਿਹਾਸਕਾਰ ਜ਼ਿਕਰ ਕਰਦੇ ਨੇ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਨਹੀਂ ਤੁਸੀਂ ਨਹੀਂ ਮੱਥਾ ਟੇਕਣਾ। ਤੇ ਛੇਵੇਂ ਪਾਤਸ਼ਾਹ ਜੀ ਕਹਿਣ ਲੱਗੇ ਬਾਬਾ ਜੀ ਅਸੀਂ ਤੁਹਾਨੂੰ ਨਹੀਂ ਮੱਥਾ ਟੇਕ ਰਹੇ, ਅਸੀਂ ਤੁਹਾਡੀ ਕਮਾਈ ਨੂੰ ਮੱਥਾ ਪਏ ਟੇਕਨੇ ਆ, ਅਸੀਂ ਤੁਹਾਡੇ ਸਿਮਰਨ ਨੂੰ ਮੱਥਾ ਪਏ ਟੇਕਨੇ ਆ। ਤੇ ਨਾਲ ਕਹਿਣ ਲੱਗੇ ਬਾਬਾ ਜੀ ਇਹ ਦੱਸੋ ਸਿੱਖੀ ਕਿਵੇਂ ਕਮਾਈ ਦੀ ਹੈ। ਵੇਖੋ ਗੁਰੂ ਸਿੱਖ ਨੂੰ ਪੁੱਛ ਰਹੇ ਨੇ ਵੀ ਸਿੱਖੀ ਕਿਵੇਂ ਕਮਾਈ ਦੀ ਹੈ। ਤੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਮਹਾਰਾਜ ਮੈਂ ਕੀ ਦੱਸ ਸਕਣਾ ਸਿੱਖੀ ਕਿਵੇਂ ਕਮਾਈ ਦੀ ਹੈ। ਬਸ ਤੁਸੀਂ ਕਿਰਪਾ ਕਰਕੇ ਕਹਿ ਦਿਓ ਬੁੱਢਿਆ ਤੈਨੂੰ ਬਖਸ਼ ਦਿੱਤਾ। ਤੇ ਛੇਵੇਂ ਪਾਤਸ਼ਾਹ ਜੀ ਕਹਿੰਦੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰ ਲਏ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਸੁਣ ਲਿਆ ਉਹ ਤੇ ਮੁਕਤ ਹੋ ਗਏ। ਤੁਸੀਂ ਪਹਿਲਾਂ ਹੀ ਮੁਕਤ ਹੋ। ਪਰ ਕਹਿਣ ਲੱਗੇ ਨਹੀਂ ਇੱਕ ਵਾਰੀ ਆਪਣੇ ਮੁਖਾਰ ਬਿੰਦ ਤੋਂ ਕਹਿ ਦੇ ਬੁੱਢਿਆ ਤੈਨੂੰ ਬਖਸ਼ ਦਿੱਤਾ। ਤੇ ਛੇਵੇਂ ਪਾਤਸ਼ਾਹ ਜੀ ਕਹਿਣ ਲੱਗੇ ਬੁੱਢਿਆ ਤੈਨੂੰ ਬਖਸ਼ ਦਿੱਤਾ। ਇਤਿਹਾਸਕਾਰ ਕਹਿੰਦੇ ਹੁਣ ਬਾਬਾ ਬੁੱਢਾ ਸਾਹਿਬ ਜੀ ਚੌਂਕੜਾ ਮਾਰ ਕੇ ਬੈਠ ਗਏ ਨੇ, ਜਪਜੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ ਹੈ। ਇਤਿਹਾਸਕਾਰ ਕਹਿੰਦੇ ਆਪਾਂ ਜਪਜੀ ਸਾਹਿਬ ਦੀਆਂ ਪੌੜੀਆਂ ਪੜ੍ਹਨੇ ਆ। ਪਰ ਬਾਬਾ ਬੁੱਢਾ ਸਾਹਿਬ ਜੀ ਪੌੜੀਆਂ ਚੜ੍ਹ ਰਹੇ ਸਨ ਸੱਚਖੰਡ ਨੂੰ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਤੇ ਨਾਲ ਹੀ ਕਹਿੰਦੇ ਮੱਥਾ ਆਪਣਾ ਸੀਸ ਸੀ ਜਿਹੜਾ ਛੇਵੇਂ ਪਾਤਸ਼ਾਹ ਦੇ ਚਰਨਾਂ ਤੇ ਰੱਖ ਦਿੱਤਾ। ਸੀਸ ਪਹਿਲਾਂ ਵੀ ਰੱਖਦੇ ਸਨ ਬਾਬਾ ਬੁੱਢਾ ਸਾਹਿਬ ਜੀ, ਮੱਥਾ ਪਹਿਲਾਂ ਵੀ ਟੇਕਦੇ ਸਨ। ਪਹਿਲਾਂ ਰੱਖਿਆ ਮੱਥਾ ਬਾਬਾ ਬੁੱਢਾ ਸਾਹਿਬ ਜੀ ਚੁੱਕ ਲੈਂਦੇ ਸੀ। ਅੱਜ ਦਾ ਰੱਖਿਆ ਹੋਇਆ ਮੱਥਾ ਬਾਬਾ ਬੁੱਢਾ ਸਾਹਿਬ ਜੀ ਤੋਂ ਚੁੱਕਿਆ ਨਹੀਂ ਗਿਆ। ਤੇ ਕਹਿੰਦੇ ਛੇਵੇਂ ਪਾਤਸ਼ਾਹ ਜੀ ਨੇ ਬੜੇ ਅਦਬ ਸਤਿਕਾਰ ਦੇ ਨਾਲ ਆਪ ਬਾਬਾ ਜੀ ਦਾ ਪਵਿੱਤਰ ਸੀਸ ਚੁੱਕਿਆ। ਤੇ ਜਦੋਂ ਤੱਕਿਆ ਤੇ ਕਹਿਣ ਲੱਗੇ ਗੁਰਸਿੱਖੋ ਵਧਾਈ ਹੋਵੇ। ਮਹਾਰਾਜ ਕਹਿ ਦੇ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਚੜ੍ਹਾਈ ਕਰ ਗਏ ਨੇ। ਤੇ ਸਿੱਖ ਕਹਿਣ ਲੱਗੇ ਮਹਾਰਾਜ ਫਿਰ ਵਧਾਈ ਨਹੀਂ ਸਗੋਂ ਅਫਸੋਸ ਹੋਣਾ ਚਾਹੀਦਾ। ਤੇ ਛੇਵੇਂ ਪਾਤਸ਼ਾਹ ਜੀ ਕਹਿੰਦੇ ਅਫਸੋਸ ਉਹਦਾ ਹੁੰਦਾ ਹੈ ਜਿਹੜਾ ਜੰਗ ਹਾਰ ਕੇ ਆਵੇ, ਜਿਹੜਾ ਜੰਗ ਹਾਰ ਕੇ ਜਾਵੇ, ਜਿਹੜਾ ਜੰਗ ਜਿੱਤ ਕੇ ਜਾਵੇ ਉਹ ਵਧਾਈ ਦਾ ਪਾਤਰ ਹੁੰਦਾ ਹੈ। ਤੇ ਬਾਬਾ ਬੁੱਢਾ ਸਾਹਿਬ ਜੀ ਜੀਵਨ ਦਾ ਸੰਗਰਾਮ ਜਿੱਤ ਕੇ ਜਾ ਰਹੇ ਨੇ। ਜਿਲ ਮੇਰੇ ਮਾਰੇ ਪੰਜ ਸੂਰਬੀਰ ਐਸਾ ਕੌਣ ਬਲੀ ਰੇ ਜਾਂ ਕੋ ਰੰਗ ਲਾਗੂ ਇਸ ਯੁਗ ਮੇ ਸੋ ਕਹੀਅਤ ਹੈ ਸੂਰਾ ਆਤਮ ਜਿਨਾ ਸਗਲ ਵਸ ਤਾਂਕੇ ਜਾਂ ਕਾ ਸਤਿਗੁਰ ਪੂਰਾ। ਤੇ ਬਾਬਾ ਬੁੱਢਾ ਸਾਹਿਬ ਜੀ ਜੀਵਨ ਦਾ ਸੰਗਰਾਮ ਜਿੱਤ ਕੇ ਗਏ ਨੇ, ਇਸ ਵਾਸਤੇ ਵਧਾਈ ਦੇ ਪਾਤਰ ਨੇ। ਇਤਿਹਾਸਕਾਰ ਕਹਿੰਦੇ ਨੇ ਅਰਥੀ ਤਿਆਰ ਹੋ ਗਈ ਏ। ਇੱਕ ਪਾਸੇ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਦੇ ਸੁਪੁੱਤਰ ਭਾਈ ਭਾਨਾ ਜੀ ਮੋਢਾ ਦੇਣ ਵਾਸਤੇ ਖੜੇ ਹੋ ਗਏ ਨੇ, ਇੱਕ ਪਾਸੇ ਭਾਈ ਬਿਧੀ ਚੰਦ ਜੀ ਖੜੇ ਹੋ ਗਏ ਨੇ, ਇੱਕ ਪਾਸੇ ਕਹਿੰਦੇ ਭਾਈ ਗੁਰਦਾਸ ਜੀ ਖੜੇ ਹੋ ਗਏ ਨੇ, ਤੇ ਕਹਿੰਦੇ ਚੌਥੇ ਪਾਸੇ ਛੇਵੇਂ ਪਾਤਸ਼ਾਹ ਜੀ ਖੜੇ ਹੋਏ ਨੇ। ਤੇ ਸਿੱਖ ਕਹਿਣ ਲੱਗੇ ਮਹਾਰਾਜ ਇੰਨੀਆਂ ਸੰਗਤਾਂ ਖੜੀਆਂ ਤੁਸੀਂ ਕਿਉਂ ਖੇਚਲ ਕਰਦੇ ਹੋ, ਕਿਸੇ ਹੋਰ ਨੂੰ ਮੋਢਾ ਦੇ ਲੈਣ ਦਿਓ। ਤੇ ਛੇਵੇਂ ਪਾਤਸ਼ਾਹ ਜੀ ਕਹਿਣ ਲੱਗੇ ਗੁਰਸਿੱਖੋ ਇੱਕ ਵਾਰੀ ਇਹਨਾਂ ਦੀ ਪਾਲਕੀ ਨੂੰ ਮੋਢਾ ਦੇਣਾ ਚਾਹਿਆ ਸੀ, ਇਹਨਾਂ ਨੇ ਆਪ ਮਨਾ ਕਰ ਦਿੱਤਾ ਸੀ। ਅੱਜ ਇਹਨਾਂ ਦੀ ਅਰਥੀ ਨੂੰ ਮੋਢਾ ਦੇਣ ਤੋਂ ਮਨਾ ਕਰਕੇ ਸਾਨੂੰ ਇਹ ਸੇਵਾ ਤੋਂ ਵਾਂਝਿਆ ਨਾ ਕਰੋ, ਸਾਨੂੰ ਇਹ ਸੇਵਾ ਕਮਾ ਲੈਣ ਦਿਓ। ਕਹਿੰਦੇ ਫਿਰ ਚੌਥੇ ਪਾਸੇ ਛੇਵੇਂ ਪਾਤਸ਼ਾਹ ਜੀ ਨੇ ਮੋਢਾ ਦਿੱਤਾ। ਚਿੱਖਿਆ ਉੱਪਰ ਜਬ ਧਰੀ ਸਹਿਬ ਬੁੱਢੇ ਦੇ ਹਰਗੋਬਿੰਦ ਕੇ ਨੈਣ ਸੇ ਚਲਿਓ ਨੀਰ ਅਸਨੇ। ਕਹਿੰਦੇ ਜਦੋਂ ਹਵਾ ਦਾ ਬੁੱਲਾ ਆਇਆ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਮੁਖੜੇ ਤੋਂ ਪੱਲੂ ਚਾਦਰ ਪਰਾਂ ਹਟੀਏ। ਤੇ ਕਹਿੰਦੇ ਉਸ ਵੇਲੇ ਛੇਵੇਂ ਪਾਤਸ਼ਾਹ ਦੀ ਅੱਖਾਂ ਵਿੱਚ ਵੀ ਵਿਛੋੜੇ ਦੇ ਹੰਝੂ ਆ ਗਏ ਸੀ। ਇਹਦਾ ਭਾਵ ਨਹੀਂ ਵੀ ਉਹ ਡੋਲ ਗਏ ਸਨ, ਆਪ ਅਡੋਲ ਨਾ ਕਬਹੂ ਡੋਲੇ। ਪਰ ਛੇਵੇਂ ਪਾਤਸ਼ਾਹ ਜੀ ਨੂੰ ਸਾਰਾ ਸੀਨ ਯਾਦ ਆ ਗਿਆ ਵੀ ਕਿਵੇਂ ਇਹਨਾਂ ਦੇ ਬਚਨਾਂ ਨਾਲ ਸਾਡਾ ਜਨਮ ਹੋਇਆ, ਕਿਵੇਂ ਸਾਡੀ ਉਂਗਲੀ ਪਕੜ ਕੇ ਏਕ ਓਂਕਾਰ ਲਿਖਾਇਆ, ਕਿਵੇਂ ਸਾਡਾ ਹੱਥ ਪਕੜ ਕੇ ਤੀਰ ਅੰਦਾਜ਼ੀ ਤੇ ਤਲਵਾਰ ਚਲਾਉਣੀ ਸਿਖਾਈ, ਕਿਵੇਂ ਸਾਡਾ ਪੈਰ ਪਕੜ ਕੇ ਰਕਾਬ ਵਿੱਚ ਰੱਖ ਕੇ ਸਾਨੂੰ ਘੋੜ ਸਵਾਰੀ ਸਿਖਾਈ। ਕਹਿੰਦੇ ਸਾਰਾ ਕੁਝ ਯਾਦ ਆ ਗਿਆ। ਅਖੀਰ ਬਾਬਾ ਬੁੱਢਾ ਸਾਹਿਬ ਜੀ ਦਾ ਆਖਰੀ ਸਮਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਂਭਿਆ। ਹਉ ਬਲਿਹਾਰੀ ਸਤਿਗੁਰ ਪੂਰੇ ਸ਼ਰਨ ਕੇ ਦਾਤੇ ਬਚਨ ਕੇ ਸੂਰੇ। ਤੇ ਕਹਿੰਦੇ ਫਿਰ ਸਹਿਜ ਪਾਠ ਆਰੰਭ ਹੋਇਆ। 10ਵੇਂ ਤੇ ਭੋਗ ਪਿਆ। ਭਾਈ ਗੁਰਦਾਸ ਜੀ ਨੇ ਇਹ ਸਾਰਾ ਪਾਠ ਕੀਤਾ ਤੇ ਛੇਵੇਂ ਪਾਤਸ਼ਾਹ ਜੀ ਉਹਨੇ ਦਿਨ ਉੱਥੇ ਹੀ ਰਹੇ ਨੇ। ਮੈਂ ਇੱਕ ਬੇਨਤੀ ਕਰ ਜਾਵਾਂ। ਕਹਿੰਦੇ ਇੱਕ ਵਾਰੀ ਜੰਮੂ ਵਿਖੇ ਬਾਬਾ ਗੁਰਮੁਖ ਸਿੰਘ ਜੀ ਸੰਤ ਮਹਾਂਪੁਰਸ਼ ਆਏ ਤੇ ਸਿੱਖ ਕਹਿਣ ਲੱਗੇ ਬਾਬਾ ਜੀ ਵੀ ਬਾਬਾ ਬੁੱਢਾ ਸਾਹਿਬ ਜੀ ਦੇ ਬੜੇ ਭਾਗ ਉੱਚੇ ਸਨ। ਕਹਿੰਦੇ ਕਿਵੇਂ? ਕਹਿੰਦੇ ਵੇਖੋ ਜੀ ਉਹਨਾਂ ਨੂੰ 6 ਪਾਤਸ਼ਾਹੀਆਂ ਦੇ ਦਰਸ਼ਨ ਹੋਏ ਨੇ, 6 ਗੁਰੂ ਸਾਹਿਬਾਨ ਦੀ ਬਾਣੀ ਉਹਨਾਂ ਨੇ ਸਰਵਣ ਕੀਤੀ ਏ। ਇਸ ਵਾਸਤੇ ਉਹ ਬੜੇ ਵੱਡੇ ਭਾਗਾਂ ਵਾਲੇ ਸਨ, ਉਹਨਾਂ ਦੇ ਭਾਗ ਉੱਚੇ ਸਨ। ਤੇ ਬਾਬਾ ਗੁਰਮੁਖ ਸਿੰਘ ਕਹਿੰਦੇ ਬਸ ਇੰਨੀ ਕੋਈ ਗੱਲ ਹੈ। ਉਹਨਾਂ ਨੇ 6 ਪਾਤਸ਼ਾਹੀਆਂ ਦੇ ਦਰਸ਼ਨ ਕੀਤੇ
ਛੇ ਪਾਤਸ਼ਾਹੀਆਂ ਦੀ ਬਾਣੀ ਸਰਵਣ ਕੀਤੀ ਤੇ ਪੜ੍ਹੀ ਤੇ ਉਹ ਤਾਂ ਵੱਡੇ ਭਾਗਾਂ ਵਾਲੇ ਨੇ। ਜੇ ਇਹ ਹਿਸਾਬ ਲਈਏ ਤੇ ਅੱਜ ਦਾ ਸਿੱਖ ਬਾਬਾ ਬੁੱਢਾ ਸਾਹਿਬ ਜੀ ਨਾਲੋਂ ਵੀ ਉੱਚੇ ਭਾਗਾਂ ਵਾਲਾ ਹੈ। ਅੱਜ ਦੇ ਸਿੱਖ ਦੇ ਭਾਗ ਬਾਬਾ ਬੁੱਢਾ ਸਾਹਿਬ ਜੀ ਨਾਲੋਂ ਉੱਚੇ ਨੇ। ਸਿੱਖਾਂ ਨੇ ਪੁੱਛਿਆ, ਮਹਾਰਾਜ ਬਾਬਾ ਜੀ ਉਹ ਕਿਵੇਂ? ਕਹਿਣ ਲੱਗੇ, ਛੇਵੇਂ ਪਾਤਸ਼ਾਹ ਤੱਕ ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲੇ ਪਾਤਸ਼ਾਹ ਤੋਂ ਲੈ ਕੇ ਛੇਵੇਂ ਪਾਤਸ਼ਾਹ ਤੱਕ 6 ਗੁਰੂ ਸਾਹਿਬਾਨ ਦੇ ਦਰਸ਼ਨ ਹੋਏ ਨੇ। ਤੇ ਅੱਜ ਦਾ ਸਿੱਖ 10 ਗੁਰੂਆਂ ਦੇ ਦਰਸ਼ਨ ਪਿਆ ਕਰਦਾ ਹੈ। 10 ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ 6 ਗੁਰੂ ਸਾਹਿਬਾਨ ਦੀ ਬਾਣੀ ਨਸੀਬ ਹੋਈ। ਤੇ ਅੱਜ ਦੇ ਸਿੱਖ ਨੂੰ 9ਵੇਂ ਪਾਤਸ਼ਾਹ ਦੀ ਬਾਣੀ ਵੀ ਨਸੀਬ ਹੋ ਗਈ। ਅੱਜ ਦੇ ਸਿੱਖ ਨੂੰ 10ਵੇਂ ਪਾਤਸ਼ਾਹ ਦੀ ਬਾਣੀ ਵੀ ਨਸੀਬ ਹੋ ਗਈ। ਇਸ ਕਰਕੇ ਅੱਜ ਦਾ ਸਿੱਖ ਦੇ ਭਾਗ ਬਾਬਾ ਬੁੱਢਾ ਸਾਹਿਬ ਜੀ ਨਾਲ ਉੱਚੇ ਨੇ। ਪਰ ਅੱਜ ਦਾ ਸਿੱਖ ਮਾਰ ਕਿੱਥੇ ਖਾ ਗਿਆ? ਕਹਿੰਦੇ ਕਿੱਥੇ ਖਾ ਗਿਆ? ਕਹਿਣ ਲੱਗੇ, ਅੱਜ ਦਾ ਸਿੱਖ ਮਾਰ ਇੱਥੇ ਖਾ ਗਿਆ ਵੀ ਅੱਜ ਦਾ ਸਿੱਖ ਬਾਬਾ ਬੁੱਢਾ ਸਾਹਿਬ ਜੀ ਵਾਲਾ ਭਰੋਸਾ ਨਹੀਂ ਬਣਾ ਸਕਿਆ। ਜਿਹੜਾ ਸੀਸ ਬਾਬਾ ਬੁੱਢਾ ਸਾਹਿਬ ਜੀ ਦਾ 12 ਸਾਲ ਦੀ ਉਮਰ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਟਿਕਿਆ ਸੀ, 125 ਸਾਲ ਦੀ ਉਮਰ ਵਿੱਚ 113 ਸਾਲ ਬਾਅਦ ਵੀ ਉਸੇ ਜੋਤ ਮੀਰੀ ਪੀਰੀ ਦੇ ਮਾਲਕ ਦੇ ਚਰਨਾਂ ਤੇ ਆਣ ਕੇ ਟਿਕਿਆ। ਤੇ ਅੱਜ ਦੇ ਸਿੱਖ ਦਾ ਸਿਰ ਸੀਸ ਕਹਿਣ ਨੂੰ ਦਿਲ ਨਹੀਂ ਕਰਦਾ। ਅੱਜ ਦੇ ਸਿੱਖ ਦਾ ਸਿਰ ਸਵੇਰ ਨੂੰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਟਿਕਿਆ ਹੁੰਦਾ ਹੈ ਤੇ ਸ਼ਾਮ ਨੂੰ ਕਿਸੇ ਕਬਰ ਤੇ ਟਿਕਿਆ ਹੁੰਦਾ ਹੈ। ਇਸ ਵਾਸਤੇ ਅੱਜ ਦੇ ਸਿੱਖ ਦੇ ਭਾਗ ਤੇ ਉੱਚੇ ਸੀ, ਪਰ ਇਹ ਉੱਚੇ ਬਣਾ ਨਹੀਂ ਸਕਿਆ। ਇਹ ਬਾਬਾ ਬੁੱਢਾ ਸਾਹਿਬ ਜੀ ਵਾਲਾ ਵਿਸ਼ਵਾਸ ਨਹੀਂ ਬਣਾ ਸਕਿਆ, ਭਰੋਸਾ ਨਹੀਂ ਬਣਾ ਸਕਿਆ। ਆਓ ਆਪਾਂ ਯਤਨ ਕਰੀਏ, ਬਾਬਾ ਬੁੱਢਾ ਸਾਹਿਬ ਜੀ ਵਾਲਾ ਭਰੋਸਾ ਬਣਾਈਏ, ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਤੇ ਵਿਸ਼ਵਾਸ ਕਰੀਏ। ਇਸ ਵਾਸਤੇ ਸਤਿਗੁਰੂ ਜੀ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ। ਤੇ ਆਓ ਜੀ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।